ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰਦੇਵ ਜੀ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ, ਸੋਰਠ ਮਹੱਲਾ ਪੰਜਵਾ। ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ। ਗੁਰਬਾਣੀ ਨੇ ਸਾਨੂੰ ਤਿੰਨ ਤਰ੍ਹਾਂ ਦੇ ਤਾਪ ਦੱਸੇ ਹਨ। ਸਾਡੇ ਸਰੀਰਕ ਤੰਦਰੁਸਤੀ ਦੇ ਵਿੱਚ ਇੰਬੈਲੈਂਸ ਦਾ ਆ ਜਾਣਾ, ਕੋਈ ਬੁਖਾਰ ਦਾ ਆ ਜਾਣਾ ਜਾਂ ਕਿਸੇ ਬਿਮਾਰੀ ਦਾ ਆ ਜਾਣਾ, ਇਹ ਤਾਪ, ਜਿਵੇਂ ਆਪਾਂ ਕਹਿ ਦਈਏ ਕਿ ਬੁਖਾਰ ਹੋ ਗਿਆ, ਫੀਵਰ ਹੋ ਗਿਆ। ਤਾਪ ਦਾ ਮਤਲਬ ਹੀਟਡ ਹੋ ਜਾਣਾ। ਅਤੇ ਉਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਤਾਪ ਹੁੰਦੇ ਹਨ। ਉਸੇ ਤਰ੍ਹਾਂ ਇਹ ਸੰਸਾਰਕ ਜੋ ਐਨਵਾਇਰਨਮੈਂਟ ਹੈ, ਜਿਵੇਂ ਹੁਣ ਇਹ ਬਿਮਾਰੀ ਆਈ ਹੋਈ ਆ, ਪ੍ਰੋਬਲਮ ਕਰੋਨਾ ਵਾਇਰਸ ਆਇਆ ਹੋਇਆ, ਇਹ ਐਨਵਾਇਰਨਮੈਂਟ ਦੇ ਵਿੱਚ ਤਾਪ ਆਇਆ ਹੋਇਆ ਹੈ, ਜਿਸ ਨੂੰ ਕਿ ਉਪਾਦ ਕਹਿੰਦੇ ਆ। ਉਪਾਦ ਭਾਵ ਸੰਸਾਰਕ ਤਾਪ ਹੋਣਾ, ਸੰਸਾਰ ਦੇ ਕੁਦਰਤੀ ਵਰਤਾਰੇ ਦੇ ਵਿੱਚ ਇੱਕ ਇੰਬੈਲੈਂਸ ਆ ਜਾਣਾ, ਅਤੇ ਵਿਆਧ ਜਿਹੜਾ ਸਾਡੇ ਸਰੀਰ ਨੂੰ ਕੋਈ ਬੁਖਾਰ ਲੱਗ ਜਾਣਾ, ਬਿਮਾਰੀ ਲੱਗ ਜਾਣਾ। ਅਤੇ ਆਦ ਹੋ ਗਿਆ ਸਾਡੇ ਮਨ ਦੇ ਠਹਿਰਾਅ ਦੇ ਵਿੱਚ ਹਲਚਲ ਮਚ ਜਾਣੀ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਅੱਜ ਸਾਨੂੰ ਸ਼ਬਦ ਦਿੱਤਾ ਹੈ, ਬੜਾ ਹੀ ਪਿਆਰਾ ਅਤੇ ਬਖਸ਼ਿਸ਼ਾਂ ਭਰਿਆ ਸ਼ਬਦ ਹੈ। ਗੁਰਦੇਵ ਜੀ ਕਹਿੰਦੇ ਕਿ ਤਾਪ ਗਵਾਇਆ ਗੁਰ ਪੂਰੇ। ਇੱਕ ਵਾਰੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਿਮਾਰੀ ਲੱਗ ਗਈ, ਕੋਈ ਬੁਖਾਰ ਹੋ ਗਿਆ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ, ਪਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਉਹ ਠੀਕ ਹੋ ਗਏ, ਹੈ ਨਾ। ਅਤੇ ਜਿਹੜੀ ਇਸ ਸ਼ਬਦ ਦੀ ਉਥਾਨਕ ਆ, ਉਹ ਇਹ ਕਹਿੰਦੀ ਆ ਕਿ ਤਾਂ ਉਦੋਂ ਇਹ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਉਚਾਰਿਆ। ਸਾਡੇ ਸਾਰਿਆਂ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਮੇਰਾ ਭਰਿਆ ਹੱਥ ਰੱਖਣ ਕਿ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਵਧਣਾ ਸ਼ੁਰੂ ਹੋ ਜੇ, ਅਤੇ ਸਾਨੂੰ ਇਹ ਗੱਲ ਦੇ ਉੱਤੇ ਯਕੀਨ ਆ ਜੇ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੁਖਾਰ ਅਰਦਾਸ ਦੇ ਨਾਲ ਲੈ ਗਿਆ ਤਾਂ ਸਾਡਾ ਵੀ ਲੈ ਸਕਦਾ। ਕਿਉਂਕਿ ਔਖਦ ਆਵੈ ਰਾਸ, ਕੋਈ ਦਵਾਈ ਅਸੀਂ ਖਾਂਦੇ ਹਾਂ, ਕੋਈ ਬਿਮਾਰੀ ਲੱਗਦੀ ਹੈ ਕਿਸੇ ਨੂੰ, ਕੋਈ ਦਵਾਈ ਖਾਂਦਾ, ਅਤੇ ਔਖਦ ਦਵਾਈ ਕਦੋਂ ਰਾਸ ਆਉਂਦੀ ਆ? ਗੁਰੂ ਸਾਹਿਬ ਕਹਿੰਦੇ ਨੇ ਕਿ ਵਿੱਚ ਆਪ ਖਲੋਆ। ਜੇ ਉਹ ਦਵਾਈ ਦੇ ਵਿੱਚ ਪਰਮਾਤਮਾ ਦੀ ਇੱਛਾ ਕਿ ਤੂੰ ਠੀਕ ਹੋ ਜੇ ਤਾਂ ਭਾਈ ਤੂੰ ਠੀਕ ਹੋਏਗਾ, ਨਹੀਂ ਠੀਕ ਨਹੀਂ ਹੋਏਗਾ। ਅਤੇ ਜਿਹੜੀ ਹੁਣ ਅੱਜ ਦੀ ਸਟੱਡੀ ਚੱਲ ਰਹੀ ਆ, ਜਿਹੜੀ ਅੱਜ ਦੀ ਸਾਇੰਸ ਆ, ਅਤੇ ਜਿਹੜੀ ਅੱਜ ਦੀ ਸਾਈਕੋਲੋਜੀ ਆ, ਅਤੇ ਤੁਸੀਂ ਪੜ੍ਹ ਕੇ ਹੈਰਾਨ ਹੋਵੋਗੇ ਕਿ ਸਾਨੂੰ ਜਿਹੜੇ ਰੋਗ ਨੇ ਉਹ ਮਨ ਨੂੰ ਲੱਗਦੇ ਆ ਪਹਿਲਾਂ, ਜਿਨ੍ਹਾਂ ਨੂੰ ਅਸੀਂ ਆਦ ਕਹਿੰਦੇ ਹਾਂ। ਅਤੇ ਆਦ ਦੇ ਵਿੱਚੋਂ ਜਦੋਂ ਮਨ ਦੇ ਵਿੱਚ ਲੱਗੇ ਹੋਏ ਰੋਗ, ਮਨ ਤੋਂ ਉਹ ਰੋਗ ਕੰਟਰੋਲ ਨਹੀਂ ਹੁੰਦੇ, ਤਾਂ ਉਹ ਜਾ ਕੇ ਸਾਡੇ ਸਰੀਰ ਨੂੰ ਰੋਗ ਦਿੰਦਾ, ਜਿਹਨੂੰ ਅਸੀਂ ਵਿਆਧ ਕਹਿੰਦੇ ਹਾਂ। ਸੋ ਰੋਗ ਕਿੱਥੇ ਲੱਗਦਾ? ਪਹਿਲਾਂ ਕੋਈ ਵੀ ਰੋਗ ਲੱਗਿਆ, ਅਨਹੈਲਥੀ ਸਟੇਟ ਆਫ ਮਾਈਂਡ ਕੀ ਆ? ਉਹ ਹੈਗੀ ਆ ਸਾਡਾ ਮਨ। ਜਦੋਂ ਮਨ ਇੰਬੈਲੈਂਸ ਆ, ਮਨ ਦੇ ਵਿੱਚ 24 ਘੰਟੇ ਸਟਰੈਸ ਹੀ ਚੱਲਣੀ ਆ, ਨੈਗੇਟਿਵਿਟੀ ਹੀ ਚੱਲਣੀ ਆ, ਕ੍ਰੋਧ ਹੀ ਚੱਲਣਾ, ਹੰਕਾਰ ਹੀ ਚੱਲਣਾ, ਈਰਖਾ ਹੀ ਚੱਲਣੀ ਆ, ਦਵੈਸ਼ ਹੀ ਚੱਲਣੀ ਆ, ਤਾਂ ਉਹਨੇ ਆਪਣੇ ਸਰੀਰ ਨੂੰ ਇਹੋ ਜਿਹੇ ਰੋਗ ਦੇਣੇ ਆ ਜਿਨ੍ਹਾਂ ਦਾ ਕੋਈ ਜਵਾਬ ਹੀ ਨਹੀਂ ਹੋਣਾ ਸਾਡੇ ਕੋਲੇ। ਅੱਜ ਕੱਲ੍ਹ ਤਾਂ ਚਲੋ ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਚਲੋ ਉਹਨੂੰ ਬਚਾਇਆ ਜਾ ਸਕਦਾ ਜੇ ਸਮੇਂ 'ਤੇ ਇਲਾਜ ਹੋ ਜੇ। ਕਿਸੇ ਨੂੰ ਕੈਂਸਰ ਹੋ ਗਿਆ, ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ, ਕੋਈ ਸਮੱਸਿਆ ਸਾਨੂੰ ਆ ਰਹੀਆਂ ਨੇ ਜਿਹਨੂੰ ਅਸੀਂ ਬਾਹਰੀ ਡਾਕਟਰੀ ਇਲਾਜ ਦੇ ਵਿੱਚ ਅਸੀਂ ਇਲਾਜ ਕਰਾ ਸਕਦੇ ਹਾਂ। ਕਿਸੇ ਦੀ ਕੋਈ ਡੈਥ ਹੋ ਜਾਂਦੀ ਆ, ਸਾਨੂੰ ਪਤਾ ਹੁੰਦਾ ਕਿ ਇਹਨੂੰ ਅਟੈਕ ਆ ਗਿਆ, ਇਹਨੂੰ ਆਹ ਪ੍ਰੋਬਲਮ ਸੀ, ਕਿਸੇ ਦੇ ਗੁਰਦੇ ਖਰਾਬ ਹੋ ਗਏ, ਕਿਸੇ ਦੀ ਕਿਡਨੀ ਖਰਾਬ ਹੋ ਗਈ। ਚਲੋ ਖੈਰ, ਪਰਮਾਤਮਾ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ, ਪਰ ਇਹਨਾਂ ਦੇ ਥੋੜ੍ਹੇ ਮੋਟੇ ਇਲਾਜ ਚਾਂਸਸ ਹੈਗੇ ਆ। ਪਰ ਜਿਵੇਂ ਸਾਡੇ ਹੁਣ ਮਨ ਵਿੱਚ ਰੋਗ ਵੱਧਦੇ ਜਾ ਰਹੇ ਨੇ, ਜਿਵੇਂ ਸਾਡਾ ਸਟਰੈਸ ਲੈਵਲ ਵੱਧਦਾ ਜਾ ਰਿਹਾ, ਜਿਹਾ ਜਿਹਾ ਐਨਵਾਇਰਨਮੈਂਟ, ਪਾਣੀ ਪਾਵਕ, ਜਿਹੜਾ ਪਾਣੀ ਆ, ਐਨਵਾਇਰਨਮੈਂਟ ਅਸੀਂ ਪਾਵਕ ਕੀਤਾ ਪਿਆ ਨਫ਼ਰਤ ਨਾਲ, ਹੰਕਾਰ ਨਾਲ, ਕ੍ਰੋਧ ਨਾਲ, ਕਾਮ ਨਾਲ, ਲੋਭ ਨਾਲ, ਮੋਹ ਨਾਲ, ਈਰਖਾ ਨਾਲ, ਦਵੈਸ਼ ਨਾਲ, ਜਿਹੜਾ
ਜਿਹੜਾ ਐਨਵਾਇਰਨਮੈਂਟ ਸਾਡਾ ਮਾਨਸਿਕ ਮੰਡਲ ਅਸੀਂ ਲੋਕ ਹੁਣ ਨੇ ਕ੍ਰੀਏਟ ਕੀਤਾ ਹੋਇਆ, ਕੋਈ ਜ਼ਿੰਦਗੀ ਵਿੱਚ ਸੁੱਖ ਬਚਿਆ ਹੀ ਨਹੀਂ ਹੈਗਾ। ਅਤੇ ਤੁਸੀਂ ਦੇਖਣਾ ਜਿਹੜੀ ਅਗਲੇ 15 20 50 ਸਾਲ ਹੋਣਗੇ, ਇਹਦੇ ਨਾਲ ਲੋਕ ਬਿਮਾਰੀਆਂ ਨਾਲ ਨਹੀਂ ਮਰਿਆ ਕਰਨਗੇ। ਲੋਕਾਂ ਨੂੰ ਪਤਾ ਹੀ ਨਹੀਂ ਹੋਇਆ ਕਰਨਾ ਕਿ ਕੀ ਹੋ ਗਿਆ, ਬਸ ਬੱਲਬ ਜਿਹਾ ਬੰਦ ਹੋ ਜਾਇਆ ਕਰਨਾ। ਕਿਉਂਕਿ ਜਿਹੜੀ ਸਾਇੰਸ ਆ, ਜਿਹੜੀ ਸਾਈਕੋਲੋਜੀ ਆ, ਉਹ ਸਾਨੂੰ ਦੱਸ ਰਹੀ ਆ ਕਿ ਮਾਨਸਿਕ ਰੋਗਾਂ ਦੇ ਨਾਲ ਲੋਕਾਂ ਨੇ ਹੁਣ ਮਰਨਾ। ਜਿਹੜੀ ਹੁਣ ਤੋਂ ਅਗਲਾ ਜਿਹੜਾ ਸਮਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸਾਨੂੰ ਮਾਨਸਿਕ ਰੋਗਾਂ ਤੋਂ ਬਚਾਉਂਦੀ ਆ, ਪਰ ਅਜੇ ਅਸੀਂ ਇੰਨੇ ਸਿਆਣੇ ਨਹੀਂ ਹੋ ਰਹੇ ਹੈਗੇ। ਅਸੀਂ ਇਸ ਗੱਲ ਨੂੰ ਸਮਝਣ ਦੀ ਵੀ ਕੋਸ਼ਿਸ਼ ਨਹੀਂ ਕਰ ਰਹੇ ਹੈਗੇ ਕਿ ਸਾਡੇ ਵਾਸਤੇ ਇਹ ਕਿੱਡੀ ਵੱਡੀ ਬਖਸ਼ਿਸ਼ ਆ। ਕਿਉਂਕਿ ਖੁਆਰ ਹੋਏ, ਅਜੇ ਅਸੀਂ ਖੁਆਰੀ ਵੱਲ ਨੂੰ ਜਾ ਰਹੇ ਹਾਂ। ਖੁਆਰ ਹੋਏ, ਇਹਦਾ ਖੁਆਰੀ ਦਾ ਐਂਡ 'ਤੇ ਜਾ ਕੇ ਕੀ ਆਉਂਦਾ ਹੁੰਦਾ? ਡੈੱਡ ਐਂਡ ਆਉਂਦਾ ਹੁੰਦਾ। ਇਹਦਾ ਕੋਈ ਰਸਤਾ ਨਹੀਂ। ਖੁਆਰੀ ਅੰਤ 'ਤੇ ਜਾ ਕੇ ਇੱਕ ਡੈੱਡ ਐਂਡ ਆਉਂਦਾ, ਉਹ ਡੈੱਡ ਐਂਡ ਤੋਂ ਬਾਅਦ ਫਿਰ ਮੁੜਨਾ ਹੁੰਦਾ। ਪਰ ਅਜੇ ਅਸੀਂ ਖੁਆਰੀ ਵੱਲ ਨੂੰ ਜਾ ਰਹੇ ਹਾਂ। ਸਾਡੀ ਕੌਮ ਖੁਆਰੀ ਵੱਲ ਨੂੰ ਜਾ ਰਹੀ ਆ। ਸਾਡਾ ਮਾਨਸਿਕ ਜਿਹੜਾ ਸੰਤੁਲਨ ਆ ਉਹ ਇੰਬੈਲੈਂਸ ਆ। ਤੁਸੀਂ ਦੇਖਣਾ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਠੀਕ ਨਹੀਂ ਹੈਗਾ, ਬੱਚਿਆਂ ਦੇ ਨਾਲ ਮਾਂ ਬਾਪ ਦਾ ਰਿਲੇਸ਼ਨਸ਼ਿਪ ਠੀਕ ਨਹੀਂ ਹੈਗਾ। ਅਤੇ ਇਹ ਜਿਹੜੀ ਹੁਣ ਮੂਹਰੇ ਕਲਯੁੱਗ ਦੀ ਘੋਰਤਾ ਵੱਧ ਰਹੀ ਆ, ਇਹ ਸਾਡੇ ਲਈ ਬਹੁਤ ਜ਼ਿਆਦਾ ਡੇਂਜਰਸ ਆ। ਸੋ ਗੁਰੂ ਸਾਹਿਬ ਨੇ ਕਿਹਾ ਜਿਹੜਾ ਆਦ ਮਾਨਸਿਕ ਰੋਗ ਨੇ, ਇਹ ਮਾਨਸਿਕ ਤਾਪ ਨੇ ਜਿਹੜੇ ਇਹ ਵਧੇ ਹੋਏ ਆ। ਸੋ ਚਲੋ ਆਪਾਂ ਵਾਪਸ ਆਈਏ ਸ਼ਬਦ ਦੇ ਉੱਤੇ, ਕਿਉਂਕਿ ਇਹ ਭਾਵ ਆ ਗੁਰੂ ਸਾਹਿਬ ਦੇ ਜਿਹੜੇ ਮਹਾਰਾਜ ਸਾਨੂੰ ਦੱਸਣਾ ਚਾਹੁੰਦੇ ਆ ਕਿ ਤਾਪ 3 ਤਰ੍ਹਾਂ ਦੇ ਹੁੰਦੇ ਆ, ਆਦ, ਬਿਆਦ ਅਤੇ ਉਪਾਦ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਕਹਿੰਦੇ ਤਾਪ ਸੀ ਜਿਹੜਾ ਉਹ ਠੀਕ ਹੋ ਗਿਆ। ਉਹਦੇ ਸ਼ੁਕਰਾਨੇ ਦੇ ਵਿੱਚ ਗੁਰੂ ਸਾਹਿਬ ਨੇ ਇਹ ਜਿਹੜਾ ਸ਼ਬਦ ਸੀ ਉਹ ਉਚਾਰਨ ਕੀਤਾ। ਹੁਣ ਤਾਪ 3 ਤਰ੍ਹਾਂ ਦੇ ਆ। ਤਾਪ ਆਦ ਮਾਨਸਿਕ ਤਾਪ, ਬਿਆਦ ਸਰੀਰਕ ਤਾਪ, ਕੋਈ ਸਰੀਰਕ ਤੰਦਰੁਸਤੀ ਆ ਗਈ ਆ, ਅਤੇ ਜੇ ਅਸੀਂ ਗੁਰੂ ਜੀ ਦੇ ਉੱਤੇ ਵਿਸ਼ਵਾਸ ਕਰਕੇ ਅਰਦਾਸ ਕਰਦੇ ਹਾਂ ਤਾਂ ਸਾਡੀ ਕੋਈ ਵੀ ਪ੍ਰੋਬਲਮ ਆ ਉਹ ਠੀਕ ਹੁੰਦੀ ਆ। ਉਪਾਦ, ਹੁਣ ਜਿਵੇਂ ਪ੍ਰੋਬਲਮ ਆਈ ਹੋਈ ਆ ਸੰਸਾਰ ਦੇ ਵਿੱਚ, ਕੋਈ ਜਿਹੜਾ ਕਰੋਨਾ ਵਾਇਰਸ ਆ ਜਾਂ ਹੋਰ ਪ੍ਰੋਬਲਮ ਆ ਸੰਸਾਰ 'ਚ, ਕਿਤੇ ਹੜ੍ਹ ਆ ਗਿਆ, ਕਿਤੇ ਕੋਈ ਉਪਾਦ ਆ ਗਈ ਆ, ਹੈ ਨਾ। ਆਦ, ਬਿਆਦ, ਉਪਾਦ। ਸੋ ਮਹਾਰਾਜ ਕਹਿੰਦੇ ਨੇ ਕਿ ਤਾਪ ਗਵਾਇਆ ਗੁਰ ਪੂਰੇ। ਇਹ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਉਚਾਰਨ ਕੀਤਾ ਹੋਇਆ ਕਿ ਤਾਪ ਗਵਾਇਆ ਗੁਰ ਪੂਰੇ। ਪੂਰਨ ਗੁਰੂ ਨੇ ਜਿਹੜਾ ਤਾਪ ਸੀ ਚੜ੍ਹਿਆ ਹੋਇਆ ਬਾਲਕ ਗੋਬਿੰਦ ਜੀ ਨੂੰ, ਹਰਗੋਬਿੰਦ ਜੀ ਨੂੰ, ਉਹ ਉਤਰ ਗਿਆ। ਵਾਜੇ ਅਨਹਦ ਤੂਰੇ, ਭਾਵ ਕਿ ਖੁਸ਼ੀ ਦੇ ਤੂਰੇ ਵੱਜ ਗਏ, ਹਿਰਦੇ ਵਿੱਚੋਂ ਖੁਸ਼ੀ ਪ੍ਰਗਟ ਹੋ ਗਈ, ਕਿਉਂਕਿ ਤਾਪ ਗਵਾਤਾ। ਅਸੀਂ ਅਰਦਾਸ ਕੀਤੀ, ਅਰਦਾਸ ਕਰਨ ਦੇ ਨਾਲ ਬਾਲਕ ਹਰਗੋਬਿੰਦ ਸਾਹਿਬ ਜੀ ਦਾ ਤਾਪ ਉਤਰ ਗਿਆ। ਭਾਵ ਇਹ ਸਿੰਪਲ ਸ਼ਬਦ ਦੇ ਇਹ ਅਰਥ ਬਣ ਗਏ। ਸਰਬ ਕਲਿਆਣ ਪ੍ਰਭ ਕੀਨੇ, ਉਸ ਕਲਿਆਣਕਾਰੀ ਵਾਹਿਗੁਰੂ ਨੇ ਸੁੱਖ ਦਿੱਤੇ, ਸਾਡੇ ਹਿਰਦੇ ਦੇ ਵਿੱਚ ਆਨੰਦ ਬਖਸ਼ਿਸ਼ ਕੀਤੇ। ਕਰ ਕਿਰਪਾ ਆਪ ਦੀਨੇ, ਉਸ ਵਾਹਿਗੁਰੂ ਨੇ ਮਿਹਰ ਭਰਿਆ ਹੱਥ ਰੱਖ ਕੇ ਬਾਲਕ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਤਾਪ ਸੀ ਉਹ ਉਤਾਰ ਦਿੱਤਾ। ਜਿਹੜੀ ਬੇਦਨ ਸੀ, ਪੀੜਾ ਸੀ ਬੁਖਾਰ ਚੜ੍ਹਨ ਦੀ, ਸਤਿਗੁਰ ਆਪ ਗਵਾਈ, ਉਹਨੇ ਦੂਰ ਕਰ ਦਿੱਤੀ ਸਾਡੀ। ਅਤੇ ਸਿੱਖ ਸੰਤ ਸਭ ਸਰਸੇ ਹੋਏ, ਸਰਸੇ ਸਰ ਵਰਗੇ ਸਰੋਵਰ ਵਾਂਗੂ ਭਰੇ ਹੋਏ। ਪਹਿਲਾਂ ਉਦਾਸੀ ਸੀ ਕਿ ਬੁਖਾਰ ਚੜ੍ਹਿਆ ਹੋਇਆ, ਸਰਸੇ ਤੋਂ ਬਾਅਦ ਵੀ ਭਰ ਜਾਣਾ, ਖੁਸ਼ੀ ਨਾਲ ਭਰ ਜਾਣਾ, ਸਰੋਵਰ ਦੀ ਤਰ੍ਹਾਂ ਕੰਪਲੀਟ ਭਰ ਜਾਣਾ। ਦੂਜਾ ਸ਼ਬਦ ਬਣ ਗਿਆ ਸਰਸੇ ਹੋਏ। ਸਰਸੇ ਦਾ ਮਤਲਬ ਖੁਸ਼ੀ ਦੇ ਨਾਲ, ਰਸ ਦੇ ਨਾਲ ਭਰ ਜਾਣਾ, ਇੱਕ ਵੇਗ ਦੇ ਨਾਲ ਭਰ ਜਾਣਾ। ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ, ਵਾਹਿਗੁਰੂ ਦਾ ਨਾਮ ਧਿਆ ਕੇ ਉਹ ਸਰਸੇ ਹੋ ਗਏ। ਹੁਣ ਆਪਾਂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਇਹਦਾ ਦੂਜਾ ਭਾਵ ਲੈਂਦੇ ਹਾਂ, ਜਿਹੜਾ ਅੱਜ ਅਸੀਂ ਪ੍ਰੈਕਟੀਕਲ ਜ਼ਿੰਦਗੀ ਵਿੱਚ ਵਰਤਣਾ। ਹੁਣ ਅਸੀਂ ਆਪਦੇ ਤਾਪ ਦੇਖਣੇ ਆ ਕਿ ਮੇਰੇ ਮਨ ਨੂੰ ਕਿਹੜਾ ਤਾਪ ਚੜ੍ਹਿਆ ਹੋਇਆ। ਹੰਕਾਰ ਦਾ ਚੜ੍ਹਿਆ ਹੋਇਆ, ਲੋਭ ਦਾ ਚੜ੍ਹਿਆ ਹੋਇਆ, ਕ੍ਰੋਧ ਦਾ ਚੜ੍ਹਿਆ ਹੋਇਆ, ਕਾਮ ਦਾ ਚੜ੍ਹਿਆ ਹੋਇਆ, ਕਿਹੜਾ ਤਾਪ ਮੈਨੂੰ ਈਰਖਾ ਦਵੈਸ਼ ਦਾ ਚੜ੍ਹਿਆ ਹੋਇਆ। ਜੇ ਮੇਰੇ ਮਨ ਨੂੰ ਜਿਹੜੀ ਚੀਜ਼ ਦਾ ਵੀ ਤਾਪ ਚੜ੍ਹਿਆ ਹੋਇਆ, ਹੁਣ ਅਸੀਂ ਨੇ
ਉਹ ਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਆ ਕਿ ਗੁਰੂ ਜੀ ਮੇਰੇ ਇਸ ਤਾਪ ਨੂੰ ਉਤਾਰ ਨਾ ਕਰੋ, ਮੇਰੇ ਇਸ ਬੁਖਾਰ ਨੂੰ ਉਤਾਰ ਨਾ ਕਰੋ। ਅਤੇ ਜਦੋਂ ਅਸੀਂ ਅਰਦਾਸ ਕਰਾਂਗੇ, ਕਿਉਂਕਿ ਸਾਡੀ ਅਰਦਾਸ ਦੇ ਵਿੱਚ ਜਿੱਥੇ ਕੋਈ ਜਪ ਨਹੀਂ ਪਹੁੰਚਦਾ, ਜਿੱਥੇ ਕੋਈ ਤਪ ਨਹੀਂ ਪਹੁੰਚਦਾ, ਜਿੱਥੇ ਕੋਈ ਕਰਮ ਨਹੀਂ ਪਹੁੰਚਦਾ, ਉੱਥੇ ਅਰਦਾਸ ਪਹੁੰਚਦੀ ਆ। ਗੁਰੂ ਜੀ ਦੇ ਅੱਗੇ ਕੀਤੀ ਹੋਈ ਅਰਦਾਸ, ਪਰਮਾਤਮਾ ਦੇ ਅੱਗੇ ਕੀਤੀ ਹੋਈ ਅਰਦਾਸ ਉਸ ਵਾਹਿਗੁਰੂ ਦੇ ਦਰਬਾਰ ਤੱਕ ਪਹੁੰਚਦੀ ਆ। ਤਾਪ ਗਵਾਇਆ ਸਤਿਗੁਰ ਪੂਰੇ। ਅੱਜ ਵੀ ਜਦੋਂ ਸਾਨੂੰ ਕੋਈ ਸਮੱਸਿਆ ਹੋਵੇ ਅਤੇ ਜਦੋਂ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ, ਸਾਡੇ ਉਸੇ ਵਕਤ ਹਿਰਦੇ ਦੇ ਵਿੱਚ ਇੱਕ ਸੁੱਖ ਦੀ, ਸ਼ਾਂਤੀ ਦੀ, ਭਰੋਸੇ ਦੀ, ਵਿਸ਼ਵਾਸ ਦੀ ਲਹਿਰ ਆਉਂਦੀ ਆ, ਤੂਰਾ ਆਉਂਦਾ, ਭਾਵ ਇੱਕ ਵੇਗ ਆਉਂਦਾ, ਭਾਵ ਇੱਕ ਖੁਸ਼ੀ ਦਾ ਬੁੱਲਾ ਆਉਂਦਾ। ਜਦੋਂ ਸਾਨੂੰ ਕੋਈ ਵੀ ਅੱਜ ਦੇ ਸਮੇਂ ਵੀ ਜਦੋਂ ਕੋਈ ਸਾਨੂੰ ਪ੍ਰੋਬਲਮ ਆ ਅਤੇ ਜਦੋਂ ਉਹਦਾ ਕੋਈ ਸਾਨੂੰ ਹੱਲ ਨਹੀਂ ਦਿਸਦਾ, ਜਦੋਂ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਦੇ ਨਾਲ ਸਾਡੇ ਹਿਰਦੇ ਵਿੱਚ ਇੱਕ ਆਵਾਜ਼ ਆਉਂਦੀ ਆ, ਵਾਜਾ ਆਉਂਦਾ। ਵਾਜਾ ਦਾ ਮਤਲਬ ਆਵਾਜ਼ ਆਉਂਦੀ ਆ। ਆਵਾਜ਼ ਕਾਹਦੀ ਆਉਂਦੀ ਆ? ਕਿ ਮੇਰਾ ਗੁਰੂ ਹੈਗਾ। ਅਤੇ ਇੱਦਾਂ ਉਹ ਸਾਡਾ ਆਸਰਾ ਬਣਦਾ। ਤੂੰ ਮੇਰੋ ਮੇਰ ਪਰਬਤ ਹੈ ਸੁਆਮੀ, ਓਟ ਗਹੀ ਮੈਂ ਤੇਰੀ। ਸਾਡੇ ਲਈ ਉਹ ਓਟ ਬਣਦਾ, ਓਲਾ ਬਣਦਾ। ਜਿਹੇ ਪ੍ਰਸਾਦ ਤੇਰਾ ਓਲਾ ਰਹਿਤ, ਭਾਵ ਥੰਮ ਬਣਦਾ, ਆਸਰਾ ਬਣਦਾ। ਸਰਬ ਕਲਿਆਣ ਪ੍ਰਭ ਕੀਨੇ। ਉਹ ਜਿਹੜੀ ਦਿਲ ਦੇ ਵਿੱਚ, ਹਿਰਦੇ ਦੇ ਵਿੱਚ ਇੱਕ ਅੱਗ ਲੱਗੀ ਹੁੰਦੀ ਆ, ਇੱਕ ਤਪਸ਼ ਹੁੰਦੀ ਆ, ਉਹ ਚਾਹੇ ਕ੍ਰੋਧ ਨੇ, ਤ੍ਰਿਸ਼ਨਾ ਨੇ, ਲੋਭ ਨੇ ਕੀਤੀ ਹੋਈ ਆ। ਸਰਬ ਕਲਿਆਣ, ਉਹਨੂੰ ਇੱਕ ਸਮੇਂ ਦੇ ਲਈ ਆਰਾਮ ਮਿਲਦਾ। ਪ੍ਰਭ ਕੀਨੇ ਕਰ ਕਿਰਪਾ। ਇਹ ਉਸ ਵਾਹਿਗੁਰੂ ਦੀ ਬਖਸ਼ਿਸ਼ ਆ ਕਿ ਭਾਈ ਤੂੰ ਹੁਣ ਯੂ ਟਰਨ ਕਰ ਲੈ ਇਸ ਸੰਸਾਰ ਦੇ ਵੱਲੋਂ। ਜਿੱਧਰਲੇ ਪਾਸੇ ਨੂੰ ਤੂੰ ਜਾ ਰਿਹਾ, ਉੱਧਰ 'ਤੇ ਡੈਡ ਐਂਡ ਆ। ਜਿਹੜੇ ਪਾਸੇ ਨੂੰ ਤੂੰ ਵੱਧ ਰਿਹਾ, ਉੱਧਰ 'ਤੇ ਖੁਆਰੀ ਉਹ ਖੁਆਰੀ ਆ। ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ। ਅਤੇ ਜਦੋਂ ਅਸੀਂ ਉਸ ਪਰਮਾਤਮਾ ਵੱਲ ਨੂੰ ਆਪਦਾ ਮੁੱਖ ਕਰਾਂਗੇ, ਮਹਾਰਾਜ ਕਹਿੰਦੇ ਕਿ ਇਹ ਵੇਦਨਾ, ਜਿਹੜੀ ਵੇਦਨ ਹੁੰਦੀ ਆ ਪੀੜਾ, ਇਹ ਪੀੜਾ ਜਿਹੜੀ ਤੇਰੇ ਮਨ ਦੇ ਵਿੱਚ ਚੱਲ ਰਿਹਾ ਹੜ੍ਹ ਆ ਚਿੰਤਾਵਾਂ ਦਾ, ਬਾਬਾ ਫਰੀਦ ਨੇ ਵੇਦਨ ਨੂੰ ਬੜਾ ਡਿਟੇਲ 'ਚ ਸਮਝਾਇਆ ਕਿ ਜਿਹੜੀਆਂ ਚੀਜ਼ਾਂ ਸਾਨੂੰ ਅੱਜ ਮਿੱਠੀਆਂ ਲੱਗ ਰਹੀਆਂ ਨੇ, ਅਸੀਂ ਸਵਾਦ ਲੈ ਕੇ ਕਰ ਰਹੇ ਹਾਂ, ਅੰਤ ਨੂੰ ਮਿੱਠੇ ਦੇ ਵਿੱਚ ਇੱਕ ਬਿਮਾਰੀ ਹੁੰਦੀ ਆ, ਸ਼ੂਗਰ ਹੁੰਦੀ ਆ, ਜ਼ਹਿਰ ਹੁੰਦਾ ਮਿੱਠੇ ਦੇ ਵਿੱਚ। ਉਹ ਕਹਿੰਦੇ ਕਿ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ। ਅਤੇ ਜਿਹੜੀਆਂ ਚੀਜ਼ਾਂ ਨੂੰ ਮੈਂ ਸ਼ੱਕਰ ਕਰਕੇ, ਮਿੱਠੀਆਂ ਕਰਕੇ ਸਵਾਦ ਲੈ ਕੇ ਖਾਂਦਾ ਰਿਹਾ, ਅੰਤ ਦੇ ਵਿੱਚ ਉਹ ਸ਼ੱਕਰ ਸੀ, ਜਿਹੜੀ ਮਿੱਠਾ ਸੀ, ਉਹ ਹੀ ਜ਼ਹਿਰ ਬਣ ਗਈ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਝੋਂ ਆਪਣੇ ਵੇਦਣ ਕਹੀਏ ਕਿਸ। ਸਾਈਂ ਤੋਂ ਬਾਅਦ ਬਿਨਾਂ ਕਿਸੇ ਪਰਮਾਤਮਾ ਨੂੰ ਵੇਦਣ ਨਹੀਂ ਦੱਸਣੀ ਚਾਹੀਦੀ। ਅਕਾਲ ਪੁਰਖ ਨੂੰ ਵੇਦਣ ਦੱਸੋ। ਹਿਰਦੇ ਦੀ ਜਿਹੜੀ ਚਿੰਤਾ ਆ, ਹਿਰਦੇ ਦੇ ਵਿੱਚ ਚੜ੍ਹਿਆ ਹੋਇਆ ਤਾਪ ਆ, ਇਹ ਵਾਹਿਗੁਰੂ ਜੀ ਨੂੰ ਦੱਸੋ। ਮਹਾਰਾਜ ਕਹਿੰਦੇ ਜਦੋਂ ਅਸੀਂ ਉਹਨੂੰ ਦੱਸਾਂਗੇ, ਵੇਦਨ ਸਤਿਗੁਰ ਆਪ ਗਵਾਈ, ਹੀ ਵਿਲ ਟੇਕ ਕੇਅਰ ਆਫ। ਸਾਡੀ ਜਿਹੜੀ ਵੇਦਨ ਆ, ਜਿਹੜਾ ਦੁੱਖ ਆ, ਪੀੜਾ ਆ, ਅਤੇ ਉਹਦੇ ਨਾਲ ਕੀ ਹੋਏਗਾ? ਸਿੱਖ ਸੰਤ ਸਭ ਸਰਸੇ ਹੋਏ। ਇਹ ਹਿਰਦਾ ਜਿਹੜਾ ਹੁਣ ਤਪਦਾ ਹੋਇਆ, ਇਹ ਹਿਰਦਾ ਜਿਹੜਾ ਹੁਣ ਸਤਾਇਆ ਹੋਇਆ ਹੈਗਾ, ਇਹਦੇ ਵਿੱਚ ਸਿੱਖ ਪੈਦਾ ਹੋਏਗਾ। ਸਿੱਖ ਉਬਾਰ, ਅਸਿੱਖ ਸੰਗਰੋ। ਜਿਹੜਾ ਇਹਦੇ ਵਿੱਚ ਅਸਿੱਖ ਆ, ਜਿਹਨੂੰ ਤਾਪ ਚੜ੍ਹਿਆ ਹੋਇਆ ਹੰਕਾਰ ਦਾ, ਲੋਭ ਦਾ, ਉਹ ਸੰਘਾਰ ਹੋ ਜਾਊਗਾ, ਅਤੇ ਸਿੱਖ ਆ ਜਿਹੜਾ ਅੰਦਰ, ਉਹ ਉਬਾਰ ਹੋ ਜਾਊਗਾ। ਸਿੱਖ ਸੰਤ ਸਭ ਸਰਸੇ ਹੋਏ। ਸਰਸੇ ਦਾ ਮਤਲਬ ਸਹਿਤ, ਫਲ ਦੇ ਸਹਿਤ ਭਰ ਜਾਣਾ। ਸਰਸੇ ਦਾ ਮਤਲਬ ਰਸ ਦੇ ਨਾਲ ਭਰ ਜਾਣਾ। ਜਿਹੜੀ ਜ਼ਿੰਦਗੀ 'ਚ ਅੱਜ ਬੇਰਸੀ ਆਈ ਪਈ ਆ, ਬਿਨਾਂ ਮਤਲਬ ਦੀਆਂ ਚਿੰਤਾ ਨੇ, ਬਿਨਾਂ ਮਤਲਬ ਦੀਆਂ ਕਾਮਨਾਵਾਂ ਨੇ, ਜਿਨ੍ਹਾਂ ਦਾ ਕੋਈ ਹੱਲ ਹੀ ਨਹੀਂ ਹੈਗਾ। ਸਿੱਖ ਸੰਤ ਸਭ ਸਰਸੇ ਹੋਏ। ਸਰਸੇ ਮਤਲਬ ਠਾਠਾ ਮਾਰਦੇ। ਜੀਵਨ ਦੇ ਵਿੱਚ ਠਾਠਾਂ, ਜੀਵਨ ਦੇ ਵਿੱਚ ਇੱਕ ਲਹਿਰ, ਜੀਵਨ ਦੇ ਵਿੱਚ ਇੱਕ ਰਵਾਨਗੀ, ਜੀਵਨ ਦੇ ਵਿੱਚ ਇੱਕ ਵਿਸ਼ਾਲਤਾ ਆ ਜਾਣੀ ਆ, ਦ੍ਰਿਸ਼ਟੀਕੋਣ ਵੱਧ ਜਾਣਾ। ਸਿੱਖ ਸੰਤ ਸਭ ਸਰਸੇ ਹੋਏ। ਕਦੋਂ? ਹਰ ਨਾਮ ਤੇ ਆਈ। ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਇਹ ਗੁਰੂ ਮਹਾਰਾਜ ਜੀ ਦੇ ਅੱਗੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨੂੰ ਧਿਆਉਣਾ ਕਰਾਂਗੇ। ਇਸ ਜ਼ਿੰਦਗੀ ਦੇ ਵਿੱਚ, ਬੇਰਸੀ ਜ਼ਿੰਦਗੀ ਦੇ ਵਿੱਚ ਸਰਸ ਆ ਜਾਊਗਾ, ਭਾਵ ਰਸ ਆ ਜਾਊਗਾ, ਆਨੰਦ ਆ ਜਾਊਗਾ, ਜੀਵਨ ਦੀ ਇੱਕ ਮਰਿਆਦਾ ਆ ਜਾਊਗੀ, ਖੇੜਾ ਆ ਜਾਊਗਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਥੋੜ੍ਹੀ ਜਿਹੀ ਮੱਤ ਨਾਲ ਵੱਡੀਆਂ ਵੱਡੀਆਂ ਗੱਲਾਂ ਗੁਰੂ ਮਹਾਰਾਜ ਕਿਰਪਾ ਕਰਨ। ਪੜ੍ਹੀ ਸੁਣੀ ਬਾਣੀ ਇਹ ਹਿਰਦੇ 'ਤੇ ਅਸਰ ਕਰੇ ਕਿ ਜਦੋਂ ਅਸੀਂ ਅੰਦਰ ਦੇਖੀਏ ਸਾਡੇ ਨੂੰ, ਉੱਥੇ ਤਾਪ ਹੈਗਾ ਆ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ। ਕਿਉਂਕਿ ਇਹ ਬਾਣੀ ਜਦੋਂ ਸਾਡੇ ਹਿਰਦੇ 'ਤੇ ਅਸਰ ਕਰੇਗੀ, ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਆਏਗੀ, ਉਦੋਂ ਹੀ ਤਾਪ ਗਵਾਇਆ ਜਾਏਗਾ, ਉਦੋਂ ਹੀ ਵੇਦਨ ਜਾਏਗੀ, ਉਦੋਂ ਹੀ ਸਰਬ ਕਲਿਆਣ ਹੋਣਗੇ, ਅਤੇ ਉਦੋਂ ਹੀ ਸਾਡੇ ਅੰਦਰੋਂ ਸਿੱਖਿਆ ਜਿਹੜੀ ਉਹ ਉਬਾਰੀ ਜਾਊਗੀ। ਸਿੱਖ ਉਬਾਰ ਅਸਿੱਖ ਸੰਗਰੋ, ਜਿਹੜੀ ਇਹ ਕੂੜ ਵਾਲੀ ਮਾਤਾ, ਝੂਠ ਵਾਲੀ ਮਾਤਾ, ਇਹ ਕੱਟੀ ਜਾਊਗੀ, ਅਤੇ ਸਿੱਖ ਉਬਾਰ ਅਸਿੱਖ ਸੰਘਰੋ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਤੇ ਆਈ। ਪੜ੍ਹੀ ਸੁਣੀ ਬਾਣੀ ਹਿਰਦੇ 'ਤੇ ਅਸਰ ਕਰੇ, ਅਸੀਸ ਬਖਸ਼ਿਸ਼ ਕਰਨਾ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰ ਨ ਤੇਰੀ ਬਾਤੇ।